एक समय दुर पिछ भरियो अन महंगा होवा। ਖਾਲਸਾ ਜੀ ਇੱਕ ਵਾਰ ਕਾਲ ਪੈ ਗਿਆ, ਅੰਨ ਬੜਾ ਮਹਿੰਗਾ ਹੋ ਗਿਆ। ਜਦੋਂ ਕਿਸੇ ਚੀਜ਼ ਦਾ ਕਾਲ ਪੈ ਜਾਏ ਉਦੋਂ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਮਹਿੰਗੀਆਂ ਹੋ ਜਾਂਦੀਆਂ, ਸਮਾਨੀ ਛੂਹਣ ਲੱਗ ਪੈਂਦੀਆਂ। ਮੀਂਹ ਨਾ ਪੈਣ ਕਰਕੇ ਫਸਲਾਂ ਚੰਗੀਆਂ ਨਹੀਂ ਹੋਈਆਂ, ਅੰਨ ਥੋੜਾ ਸੀ ਤੇ ਇੱਕਦਮ ਕਾਲ ਪੈ ਗਿਆ ਤੇ ਅੰਨ ਜਿਹੜਾ ਸੀ ਉਹ ਮਹਿੰਗਾ ਹੋ ਗਿਆ। ਡੋਲਿਓ ਜਗਤ ਬੋ ਛੁਦਤ ਹੋਏ, ਲੋਕ ਡੋਲਣ ਲੱਗੇ ਭੁੱਖ ਦੇ ਨਾਲ। ਧੀਰਜ ਉਰ ਖੋਆ, ਧੀਰਜ ਚਲਾ ਗਿਆ ਲੋਕਾਂ ਦੇ ਅੰਦਰ ਵੀ, ਕਾਲ ਪੈ ਗਿਆ, ਭੁੱਖ ਦੇ ਨਾਲ ਲੋਕ ਮਰਨ ਲੱਗੇ। ਲੋਕ ਹਜ਼ਾਰੋਂ ਆਨੰਦਪੁਰ ਜਿਤ ਕਿਤ ਤੇ ਆਏ। ਉਹਨਾਂ ਵੇਖਿਆ ਵੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਲੰਗਰ ਚੱਲਦੇ ਆ, ਉੱਥੇ ਤਾਂ ਪ੍ਰਸ਼ਾਦਾ ਮਿਲੇਗਾ। ਹਜ਼ਾਰਾਂ ਲੋਕ ਇੱਧਰੋਂ ਉੱਧਰ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਆ ਗਏ, ਕਿਉਂਕਿ ਕਾਲ ਪਿਆ ਹੋਇਆ। ਕਾਲ ਕਰਕੇ ਕਿਤੋਂ ਅੰਨ ਨਾ ਮਿਲੇ, ਅੰਨ ਮਹਿੰਗਾ ਹੋ ਗਿਆ, ਕਿਸੇ ਗਰੀਬ ਦੇ ਹੱਥ ਤਾਂ ਆਉਂਦਾ ਨਹੀਂ ਸੀ। ਤੋ ਉਸ ਵਕਤ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਹਜ਼ਾਰਾਂ ਦੀ ਗਿਣਤੀ 'ਚ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਕੋਲ ਪਹੁੰਚ ਗਏ। ਦੇਗ ਹੋਤ ਅਨ ਤੋਟਈ ਲੈ ਲੈ ਸਭ ਖਾਏ। ਗੁਰੂ ਕੀ ਅਤੋਟ ਦੇਗ ਲੰਗਰ ਦੀ ਚੱਲਣ ਲੱਗੀ, ਸਾਰੇ ਲੰਗਰ ਦੇ ਵਿੱਚ ਆ ਕੇ ਭੋਜਨ ਛਕਣ ਲੱਗੇ। ਦਇਆ ਪ੍ਰਭੂ ਕੀ ਬਹੁ ਪਈ ਅਨ ਅਰ ਤਨ ਦੇਤੇ। ਸਤਿਗੁਰੂ ਜੀ ਦੀ ਬੜੀ ਦਇਆ ਵਰਤੀ, ਬਹੁਤਿਆਂ ਨੂੰ ਅੰਨ ਧਨ ਪ੍ਰਾਪਤ ਹੋਣ ਲੱਗਾ। ਲੰਗਰਾਂ ਵਿੱਚ ਬੇਅੰਤ ਲੰਗਰ ਵਰਤਣ ਲੱਗੇ। ਦੀਨ ਹੋਏ ਨਰ ਰੈਨ ਦਿਨ ਤ੍ਰਿਪਤੇ ਸਭ ਲੇਤੇ। ਕਹਿੰਦੇ ਜਿਹੜਾ ਵੀ ਦੀਨ ਦੁਖੀ ਆਉਂਦਾ, ਰਾਤ ਦਿਨ ਲੰਗਰ 24 ਘੰਟੇ ਚੱਲਦਾ। ਅੱਗੇ ਪਿੱਛੇ ਭਾਵੇਂ ਲੰਗਰ ਥੋੜਾ ਸੀ, ਕੋਈ ਸਮਾਂ ਸੀ ਨਿਯਤ, ਪਰ ਹੁਣ ਤਾਂ ਖੁੱਲੇ ਗੱਫੇ ਵਰਤ ਰਹੇ ਨੇ, ਭਾਵੇਂ ਕਾਲ ਪਿਆ ਹੋਇਆ ਚਾਰੇ ਪਾਸੇ। ਮਹਾਰਾਜ ਜੀ ਦੇ ਖੁੱਲੇ ਲੰਗਰ ਵਰਤ ਰਹੇ ਨੇ, ਦਿਨ ਰਾਤ ਅੱਠੇ ਪੈਰ। ਜਦੋਂ ਵੀ ਕੋਈ ਆਉਂਦਾ ਉਹਨੂੰ ਅੰਨ ਧਨ ਪ੍ਰਾਪਤ ਹੁੰਦਾ। ਹੀਰ ਹੀਰ ਗੁਰਦਾਨ ਕੋ ਬਿਸਮੈ ਨਰ ਨਾਰੀ। ਜਿਤਨੇ ਨਰ ਨਾਰੀਆਂ ਨੇ ਵੇਖ ਵੇਖ ਕੇ ਹੈਰਾਨ ਹੁੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਅਤੋੜ ਚਲਾ ਦਿੱਤੇ, ਉਹ ਵੀ ਉਸ ਵੇਲੇ ਜਦੋਂ ਸਾਰੇ ਪਾਸੇ ਕਾਲ ਪਿਆ ਹੋਇਆ। ਕੀਰਤ ਪਸਰੀ ਜਗਤ ਮੈਂ ਕੋ ਸਮਤਾ ਤਾਰੀ। ਕੀਰਤ ਫੈਲ ਗਈ ਸਾਰੇ ਜਗਤ ਵਿੱਚ, ਮਹਾਰਾਜ ਜੀ ਦੀ ਸਮਤਾ, ਸਤਿਗੁਰਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕਾਲ ਦੇ ਸਮੇਂ ਖੁੱਲੇ ਲੰਗਰ ਲਾ ਦੇਣੇ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਹੀ ਵਡਿਆਈ ਹੈ, ਸਤਿਗੁਰਾਂ ਦੇ ਘਰ ਦੀ ਹੀ ਸੋਭਾ ਹੈ। ਪਿਖੇ ਸੁਨੇ ਸਭ ਗਿਰਪਤੀ ਔਰ ਲਖੇ ਅਚੰਬਾ। ਜਿੰਨੇ ਪਹਾੜੀਏ ਨੇ, ਕਿਉਂਕਿ ਪਹਾੜੀ ਰਿਆਸਤਾਂ ਦੇ ਰਾਜਿਆਂ ਦੇ ਲੋਕ ਜਿਹੜੇ ਨੇ ਉਹ ਵੀ ਭੁੱਖੇ ਮਰ ਰਹੇ ਸਨ, ਉਹ ਵੇਖਦੇ ਆ ਜਦੋਂ ਲੰਗਰ ਚੱਲਦਾ ਮਹਾਰਾਜ ਜੀ ਦਾ, ਇੱਕਦਮ ਅਚੰਭਤ ਤੇ ਹੈਰਾਨੀ ਨਾਲ ਭਰ ਜਾਂਦੇ ਹਨ। ਕਹਿੰਦੇ ਆਨਿਓ ਧਨ ਇਤਤ ਵੱਡ ਦਾਨ ਆਰੰਭਾ। ਕਹਿੰਦੇ ਇੰਨੀ ਮਾਇਆ ਗੁਰੂ ਸਾਹਿਬ ਕਿੱਥੋਂ ਲਿਆਏ ਨੇ, ਏਡਾ ਵੱਡਾ ਦਾਨ ਮਹਾਰਾਜ ਜੀ ਨੇ ਆਰੰਭ ਕਰ ਦਿੱਤਾ। ਸ਼੍ਰੀ ਗੁਜਰੀ ਮਾਤਾ ਤਬੇ ਦੇਖਤ ਬਿਸਮਾਈ। ਮਾਤਾ ਗੁਜਰੀ ਜੀ ਵੇਖਦੇ, ਕੁਝ ਮਸੰਦ ਆ ਕੇ ਨਾ ਮਾਤਾ ਜੀ ਦੇ ਕੰਨਾਂ ਦੇ ਵਿੱਚ, ਮਾਤਾ ਜੀ ਕਾਲ ਪਿਆ ਹੋਇਆ, ਪਤਾ ਨਹੀਂ ਕਿੰਨਾ ਕੁ ਚਿਰ ਹੋਰ ਚੱਲੇ। ਮਾਤਾ ਜੀ ਕਾਲ ਪਿਆ, ਪਤਾ ਨਹੀਂ ਕਿੰਨਾ ਚਿਰ ਹੋਰ ਚੱਲੇ। ਜੇ ਇਸੇ ਤਰ੍ਹਾਂ ਲੰਗਰ ਚੱਲਦੇ ਰਹੇ ਤੇ ਆਪਾਂ ਨੂੰ ਵੀ ਖਾਣ ਨੂੰ ਨਹੀਂ ਮਿਲਣਾ। ਆ ਸਾਡੇ ਵਰਗਿਆਂ ਦੀਆਂ ਤਨਖਾਹਾਂ ਨਹੀਂ ਪੂਰੀਆਂ ਹੋਣੀਆਂ, ਕਿੱਥੋਂ ਆਉਣਗੀਆਂ। ਏਦਾਂ ਮਸੰਦ ਆ ਕੇ ਮਾਤਾ ਜੀ ਨੂੰ ਵੀ ਫਿਕਰਮੰਦ ਕਰਦੇ, ਮਾਤਾ ਜੀ ਨੂੰ ਵੀ ਚਿੰਤਤ ਕਰਦੇ ਨੇ। ਲੋਕ ਹਜ਼ਾਰੋਂ ਮਿਲ ਗਏ ਨਿਸ ਦਿਨ ਤ੍ਰਿਪਤਾਈ। ਹਜ਼ਾਰਾਂ ਲੋਕ ਉਸ ਵੇਲੇ ਮਹਾਰਾਜ ਜੀ, ਮਾਤਾ ਜੀ ਵੇਖਦੇ ਆ, ਮਸੰਦ ਦੱਸਦੇ ਆ, ਮਾਤਾ ਅੱਗੇ ਪਿੱਛੇ ਤਾਂ ਥੋੜੇ ਬੰਦੇ ਹੁੰਦੇ, ਹੁਣ 5 ਗੁਣਾ 6 ਗੁਣਾ ਵੱਧ ਲੋਕ ਆ ਰਹੇ ਨੇ। ਉਧਰ ਕਾਲ ਪਿਆ ਹੋਇਆ ਤੇ ਹੁਣ ਇਹ ਲੰਗਰ ਵੱਧ ਛਕ ਰਹੇ ਹਨ। ਥੋੜੇ ਅੰਨ ਥੋੜੇ ਦਿਨਨ ਪੁਨ ਕਹਾਂ ਕਰੇ ਹੈ। ਮਾਤਾ ਜੀ ਥੋੜੇ ਦਿਨਾਂ 'ਚ ਅੰਨ ਥੁੜ ਜਾਣਾ, ਫਿਰ ਕੀ ਕਰਾਂਗੇ ਆਪਾਂ? ਫਿਰ ਕਿਵੇਂ ਹੋਵੇਗੀ ਇਹ ਖੇਡ? ਕਿਵੇਂ ਆਪਣਾ ਘਰ ਕਿਵੇਂ ਚੱਲੇਗਾ? ਆਵਤ ਰੋਜ਼ ਅਨੇਕਈ ਜੁਗ ਸਮੇਂ ਅਚੇ ਹੈ। ਮਾਤਾ ਜੀ ਹਜ਼ਾਰਾਂ ਹੀ ਲੋਕ ਰੋਜ਼ ਚੱਲ ਕੇ ਆਉਂਦੇ ਆ, 2 ਵੇਲੇ ਆ ਕੇ ਪ੍ਰਸ਼ਾਦਾ ਛਕਦੇ ਆ। ਚਲੋ ਸਿੱਖ ਤਾਂ ਛਕਣ, ਹੋਰ ਅਨਮਤੀਏ ਬਹੁਤ ਆਉਂਦੇ ਨੇ, ਆ ਕੇ ਛਕਦੇ ਹਨ। ਨੈ ਸੁਧ ਕੁਛ ਦੁਰ ਭਿਖ ਕੀ ਰਹਿ ਕੇ ਤਤ ਕਾਲਾ। ਇਹ ਜਿਹੜਾ ਕਾਲ ਪਿਆ ਹੋਇਆ, ਪਤਾ ਨਹੀਂ ਕਿੰਨਾ ਕੁ ਸਮਾਂ ਹੋਰ ਚੱਲੇ। ਇਹ ਦੁਰ ਭਿੱਛ ਜਿਹੜਾ ਪਿਆ, ਇਹਦਾ ਕੀ ਪਤਾ ਮਾਤਾ ਜੀ ਮੀਂਹ ਪਵੇ ਕਿ ਨਾ ਪਵੇ, ਕਿੰਨਾ ਸਮਾਂ ਹੋਰ ਚੱਲੇ। ਚਲੇ ਦੇਗ ਨਿਤ ਗੁਰੂ ਕੀ
ਏਮ ਚਿਤੇ ਵਿਸਾਲਾ। ਮਾਤਾ ਜੀ ਜੇ ਇਦਾਂ ਹੀ ਲੰਗਰ ਚੱਲਦੇ ਰਹੇ ਮੁੜ ਕੇ ਲੰਗਰ ਮਸਤ ਹੋ ਜਾਣੇ ਨੇ, ਫਿਰ ਆਪਣਾ ਲੰਗਰ ਕਿਵੇਂ ਚੱਲੇਗਾ? ਜਿੰਨੇ ਹੁਣ ਚੱਲਦੇ ਨੇ ਗੁਰੂ ਸਾਹਿਬ ਨੇ ਚਲਾ ਦੇਣੇ ਨੇ, ਮੁੜ ਕੇ ਰਸਤਾਂ ਬਸਤਾਂ ਸਮਾਪਤ ਹੋ ਜਾਣੀਆਂ ਹਨ। ਉਤੇ ਸਮੀਪੀ ਮਾਤ ਕੇ ਸੋ ਜੁਗਤ ਬਤਾਏ। ਮਾਤਾ ਜੀ ਦੇ ਜਿਹੜੇ ਨਾਲ ਦੇ ਕੁਝ ਸੰਗੀ ਸੇਵਕਦਾਰ ਉਹ ਮਾਤਾ ਜੀ ਨੂੰ ਤਰੀਕੇ ਦੱਸਦੇ ਆ, ਜੁਗਤੀਆਂ ਦੱਸਦੇ ਆ। ਮਾਤਾ ਜੀ ਆਪਾਂ ਕਿਵੇਂ ਬਚਾਅ ਕਰ ਸਕਦੇ ਆ ਵੀ ਜਿਹੜਾ ਲੰਗਰ ਇੱਕ ਦਿਨ ਚ ਬਣਦਾ ਪੱਕਦਾ ਵਰਤਦਾ ਆਪਾਂ ਉਹ 3 ਦਿਨ ਚਲਾ ਸਕਦੇ ਆ, ਕਿਵੇਂ ਚਲਾ ਸਕਦੇ ਆ? ਉਹ ਇਦਾਂ ਦੇ ਤਰੀਕੇ ਦੱਸਦੇ ਨੇ। ਏਕ ਸਮੇਂ ਦਿਓ ਦੇਗ ਕੋ ਸੰਜਮ ਸੰਗ ਲਾਏ। ਮਾਤਾ ਜੀ ਹੁਣ 2 ਵੇਲੇ ਲੰਗਰ ਪੱਕਦਾ ਆਪਾਂ ਇੱਕ ਵੇਰੀ ਕਰ ਦਈਏ ਤੇ ਇੱਕ ਵੇਰੀ ਜਦੋਂ ਲੰਗਰ ਪੱਕੇਗਾ ਆਪੇ 2 ਦਿਨਾਂ ਵਿੱਚ ਉਹ ਵਰਤੇਗਾ। ਮਾਤਾ ਜੀ ਇਦਾਂ ਟਾਈਮ ਵੀ ਆਪਣਾ ਵੱਧ ਲੰਘ ਜਾਏਗਾ ਤੇ ਇੱਕ ਟਾਈਮ ਹੀ ਲੰਗਰ ਵਰਤਾਇਆ ਕਰੀਏ। ਨਾਏ ਤਾਂ ਕਿਤ ਤੇ ਅਨ ਆਏ ਜੇ ਕਿਤਕ ਪਕਾਵੇ। ਤੇ ਮਾਤਾ ਜੀ ਇਦਾਂ ਫਿਰ ਜਿਹੜਾ ਅੰਨ ਆਵੇਗਾ ਉਹ ਪੱਕ ਜਾਇਆ ਕਰੇਗਾ। ਥੋਰੇ ਉਹ ਪੁਰਨ ਤੇ ਪਾਏ ਨੇ ਜੇ ਮੋਲ ਮੰਗਾਵੇ। ਤੇ ਮਾਤਾ ਜੀ ਜੇ ਸਾਰੇ ਪਾਸੇ ਥੁੜ ਗਿਆ ਤੇ ਮੁੱਲ ਵੀ ਕੋਈ ਨਹੀਂ, ਖਜ਼ਾਨੇ ਵੀ ਨਹੀਂ ਰਹਿਣੇ ਤੇ ਕਿੰਨਾ ਕੁ ਵਰਤਾਂਗੇ ਖਜ਼ਾਨੇ ਜਿਹੜੇ ਗੁਰੂ ਕੇ ਨੇ? ਆਖਰਕਾਰ ਕਿੰਨਾ ਕੁ ਮੁੱਲ ਲਿਆ ਕੇ ਹੋਰ ਦਿੰਦੇ ਰਹਾਂਗੇ। ਇਤਿਆਦਿਕ ਸੁਨ ਬਾਰਤਾ ਮਾਤਾ ਮਨ ਡੋਲੀ। ਜਦੋਂ ਮਸੰਦਾਂ ਨੇ ਨਾਲ ਦੇ ਸੇਵਾਦਾਰਾਂ ਨੇ ਮਾਤਾ ਜੀ ਨੂੰ ਇਹ ਦੱਸਿਆ ਤੋ ਮਾਤਾ ਜੀ ਦਾ ਮਨ ਵੀ ਉਸ ਵੇਲੇ ਉਹਨਾਂ ਦੀਆਂ ਗੱਲਾਂ ਦੇ ਪ੍ਰਭਾਵ ਥੱਲੇ ਆ ਗਿਆ। ਕਰੇ ਹਕਾਰਨ ਲਾਂਗਰੀ ਟਿਗ ਕਰ ਇਮ ਬੋਲੀ। ਲਾਂਗਰੀ ਨੂੰ ਕੋਲ ਸੱਦ ਕੇ ਮਾਤਾ ਜੀ ਨੇ ਲਾਂਗਰੀ ਨੂੰ ਹੁਕਮ ਕਰਦਿਆਂ ਬਚਨ ਕਹੇ। ਏਕ ਸਮੇਂ ਲੰਗਰ ਕਰੋ ਲੀਜੇ ਅਨ ਥੋਰਾ। ਕਹਿੰਦੇ ਲਾਂਗਰੀ ਜੀ ਗੱਲ ਏਦਾਂ ਵੀ ਇੱਕ ਵੇਲੇ ਲੰਗਰ ਕਰ ਦਿਓ 2 ਵੇਲੇ ਬਣਾਉਣ ਦੀ ਬਜਾਏ ਇੱਕ ਟਾਈਮ ਹੀ ਬਣਾਇਆ ਕਰੋ। ਇੱਕ ਟਾਈਮ 'ਚ ਜਿਹੜਾ ਆ ਕੇ ਛੱਕ ਜੇ। ਐਸਾ ਨਹੀਂ ਵੀ ਜੇ ਦੁਬਾਰਾ ਕੋਈ ਆਵੇ ਰਾਤ ਵੇਲੇ ਤੇ ਉਹਨਾਂ ਨੂੰ ਫੇਰ ਉਹਦਾ ਵਾਸਤੇ ਵੱਖਰਾ ਸਿੱਧਾ ਦੇਣਾ, ਐਸਾ ਨਹੀਂ ਕਰਨਾ। ਇੱਕ ਵਾਰ ਹੀ ਲੰਗਰ ਪਕਾ ਕੇ ਵਰਤਾਓ। ਥੋਰਿਓ ਅੰਨ ਸਭ ਦੇਸ਼ ਤੇ ਬਹੁ ਨੈ ਕਿਤਿਓਰਾ। ਲਾਂਗਰੀ ਜੀ ਸਾਰੇ ਪਾਸੇ ਅੰਨ ਥੁੜ ਗਿਆ ਹੈ, ਸਾਰੇ ਪਾਸੇ ਕਾਲ ਪਿਆ, ਦੁਰਭਿੱਛ ਪਿਆ ਹੋਇਆ ਹੈ। ਇਸ ਕਰਕੇ ਆਪਾਂ ਨੂੰ ਵੀ ਸੰਜਮ ਨਾਲ ਅੰਨ ਵਰਤਣਾ ਚਾਹੀਦਾ। ਅਲਪ ਦੇਗ ਤਬ ਕਰਤ ਪੇ ਸੁਨ ਆਇਸ ਮਾਤਾ। ਮਾਤਾ ਜੀ ਦਾ ਹੁਕਮ ਸੁਣਦਿਆਂ ਲਾਂਗਰੀ ਸਿੱਖ ਨੇ ਉਸੇ ਤਰ੍ਹਾਂ ਲੰਗਰ ਕਿਹੜੇ ਘਟਾ ਦਿੱਤੇ, ਥੋੜਾ ਲੰਗਰ ਇੱਕ ਟਾਈਮ ਹੀ ਪਕਾਉਣਾ ਸ਼ੁਰੂ ਕਰ ਦਿੱਤਾ। ਪਾਇਓ ਅਲਪ ਆਹਾਰ ਕੋ ਸਭ ਹਿਨ ਤਵ ਜਾਤਾ। ਇੱਕ ਵੇਲੇ ਲੰਗਰ ਵਰਤਣ ਲੱਗਾ ਸਾਰਿਆਂ ਵਿੱਚ ਪੂਰਾ ਨਾ ਹੋਵੇ, ਏਦਾਂ ਜਦੋਂ ਕੰਜੂਸੀ ਵਰਤਣ ਲੱਗੀ। ਸਿੱਖ ਗਨ ਮਿਲ ਸਤ ਗੁਰੂ ਟਿਗ ਸਭ ਗਾਥ ਸੁਨਾਈ। ਸਿੱਖਾਂ ਨੇ ਜਾ ਕੇ ਸਤਿਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਸਾਰਾ ਬਚਨ ਸੁਣਾਇਆ। ਕਹਿਓ ਮਾਤ ਸਰਫਾ ਕਰੋ ਸੁਧ ਕਾਲ ਨਕਾਈ। ਆਖਿਆ ਮਹਾਰਾਜ ਜੀ ਮਾਤਾ ਜੀ ਨੇ ਕਿਹਾ ਵੀ ਸਰਫਾ ਕਰੋ, ਕਾਲ ਦਾ ਨਹੀਂ ਪਤਾ ਕਿੰਨਾ ਕੁ ਚਿਰ ਚੱਲੇ ਹਾਲੇ। ਆਪਾਂ ਨੂੰ ਇਹ ਲੰਗਰ ਸਰਫੇ ਨਾਲ ਵਰਤਾਣਾ ਚਾਹੀਦਾ ਕਿਉਂਕਿ ਇਹਦਾ ਬਹੁਤ ਜ਼ਿਆਦਾ ਖਰਚ ਹੋ ਰਿਹਾ ਹੈ। ਕੇਤਕ ਚਿਰ ਲੱਗ ਰਹੇ ਗੋ ਨਰ ਭੇ ਸਮੁਦਾਇਆ। ਪਤਾ ਨਹੀਂ ਕਿੰਨਾ ਕੁ ਚਿਰ ਇਹ ਕਾਲ ਹੋਰ ਰਹੇਗਾ ਤੇ ਕਿੰਨੀ ਕੁ ਵਾਰ ਇੱਕ ਲੋਕਾਂ ਦੀ ਤਾਂ ਗਿਣਤੀ ਰੋਜ਼ ਦੁੱਗਣੀ ਚੌਗਣੀ ਹੋ ਰਹੀ ਹੈ। ਇਹ ਕਹਿ ਕੇ ਮਾਤਾ ਜੀ ਨੇ ਮਹਾਰਾਜ ਜੀ ਇੱਕ ਟਾਈਮ ਦਾ ਲੰਗਰ ਕਰ ਦਿੱਤਾ 2 ਵੇਲੇ ਬਣਾਉਣ ਦੀ ਬਜਾਏ। ਦੇਗ ਨੀਤ ਹੀ ਚਲੇ ਜਿਮ ਇਉਂ ਬਿਉਂਤ ਬਣਾਇਆ। ਇਦਾਂ ਦੀ ਵਿਉਂਤ ਮਾਤਾ ਜੀ ਨੇ ਬਣਾਈ ਵੀ ਚਲੋ ਰੋਜ਼ ਚੱਲ ਜਾਏ ਲੰਗਰ। ਸੁਨਤ ਕ੍ਰੋਧ ਸ਼੍ਰੀ ਪ੍ਰਭ ਕਰਿਓ ਬਚ ਕਟਨ ਬਖਾਨੇ। ਕਲਗੀਧਰ ਜੀ ਸੁਣ ਕੇ ਬੀਰ ਰਸ ਵਿੱਚ ਆ ਗਏ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਵੀ ਲੰਗਰ ਦੇ ਵਿੱਚ ਮਾਤਾ ਜੀ ਨੇ ਕੰਜੂਸੀ, ਉਹ ਵੀ ਕਿਸੇ ਦੇ ਕਹਿਣ ਤੇ ਕੀਤਾ ਹੈ। ਜਿਹੜੇ ਮਸੰਦ ਨੇ ਖੋਟੀ ਬਿਰਤੀ ਵਾਲੇ, ਉਹਨਾਂ ਦੇ ਕਹਿਣ ਤੇ ਮਾਤਾ ਜੀ ਨੇ ਸਾਡੇ ਕੋਲੋਂ ਵੀ ਨਹੀਂ ਪੁੱਛਿਆ, ਗੁਰੂ ਪਾਤਸ਼ਾਹ ਕੋਲੋਂ ਤਾਂ ਆਗਿਆ ਲੈਣੀ ਚਾਹੀਦੀ ਹੈ ਨਾ, ਪੁੱਛਣਾ ਚਾਹੀਦਾ, ਵਿਚਾਰ ਕਰਨੀ ਚਾਹੀਦੀ ਹੈ। ਜਦੋਂ ਗੁਰੂ ਪਾਤਸ਼ਾਹ ਮੌਕੇ ਤੇ ਮੌਜੂਦ ਨੇ, ਹਾਜ਼ਰ ਨੇ, ਤਾਂ ਫਿਰ ਪਾਤਸ਼ਾਹ ਜੀ ਦੀ ਆਗਿਆ ਤੋਂ ਬਿਨਾਂ ਕੋਈ ਕੰਮ ਗੁਰੂ ਘਰ 'ਚ ਕਿਉਂ ਹੋਵੇ? ਇਹ ਮਰਿਆਦਾ ਸੀ। तो महाराज जी उस वेले बीर रस विच आए कि चंगा नहीं कीता माता जी ने। हे माता कर होए जे संकोच न ठाने। महाराज जी ने कह दिता माता घर विच होवे फिर संकोच नहीं करीदा, ना होवे भुख जिन्नी मर्जी कदा लो।
ਵੀ ਇਹ ਗੁਰੂ ਨਾਨਕ ਦਾ ਘਰ ਹੈ, ਕੋਈ ਕਮੀ ਹੈ ਇੱਥੇ ਗੁਰੂ ਕੇ ਖਜ਼ਾਨਿਆਂ 'ਚ? ਇੱਥੇ ਕੋਈ ਕਮੀ ਨਹੀਂ ਮਾਤਾ। ਜੇ ਘਰ ਹੁੰਦਿਆਂ ਸੰਕੋਚ ਕਰੀਏ ਤੇ ਫਿਰ ਇਹ ਬੜੀ ਵੱਡੀ ਸ਼ਰਮ ਦੀ ਬਾਤ ਹੈ। ਭਾਨਾ ਇਮ ਕਰਤਾਰ ਕਾ ਕੋ ਕਰੇ ਉਪਾਈ। ਇਹ ਭਾਣਾ ਕਰਤਾਰ ਦਾ, ਪਰਮੇਸ਼ਰ ਦਾ, ਇਹਦਾ ਹੁਣ ਕੀ ਉਪਾਅ ਕਰੀਏ ਮਾਤਾ ਜੀ? ਤੁਸੀਂ ਠੀਕ ਨਹੀਂ ਕੀਤਾ। ਤਉ ਕਰੇ ਮੁਖ ਤਿਆਰ ਤੈ ਹੋਏ ਬੀਰ ਦਨਾਈ। ਕਹਿੰਦੇ ਇਹ ਦਨਾਈ ਨਹੀਂ ਹੈ, ਇਹ ਸਿਆਣਪ ਨਹੀਂ ਹੈ ਕਿ ਜੇ ਘਰ ਵਿੱਚ ਹੁੰਦਿਆਂ ਹੋਇਆਂ ਵੀ ਭੋਜਨ ਦੇ ਉੱਤੇ ਪਾਬੰਦੀ ਲਾ ਦੇਣੀ, ਉਹ ਵੀ ਕਿਸੇ ਦੇ ਕਹਿਣ ਤੇ। ਜਾਂ ਤਾਂ ਆਪਣਾ ਦਿਮਾਗ ਵਰਤੋ, ਆਪਣੀ ਮਰਜ਼ੀ। ਕਿਸੇ ਨੇ ਕਹਿ ਦਿੱਤਾ ਕਿ ਜੀ ਇਦਾਂ ਨਹੀਂ, ਇਦਾਂ ਕਰਨਾ ਚਾਹੀਦਾ, ਉਹਨਾਂ ਨੂੰ ਇਦਾਂ ਪ੍ਰਤੀਤ ਹੁੰਦਾ ਵੀ ਇਹ ਗੁਰੂ ਕੇ ਖਜ਼ਾਨੇ 'ਚ ਨਹੀਂ ਜਾ ਰਿਹਾ, ਸਾਡੀ ਜੇਬ 'ਚੋਂ ਜਾ ਰਿਹਾ। ਇਦਾਂ ਸੋਚਦੇ ਆ ਵੀ ਜਿਵੇਂ ਮੇਰੀ ਪੁਸ਼ਤੈਨੀ ਜੱਦੀ ਜਦਾਦ ਆ, ਮੈਂ ਉਹ ਖਰਚਣ ਲੱਗਾ। ਮਹਾਰਾਜ ਜੀ ਕਹਿੰਦੇ ਮਾਤਾ ਜੀ ਯੋਗ ਨਹੀਂ, ਇਹ ਠੀਕ ਨਹੀਂ। ਇਮ ਕੈ ਕ੍ਰੋਧਤ ਅਧਿਕ ਹੋਏ ਕਹਿ ਅਧਿਕ ਕਠੋਰਾ। ਮਹਾਰਾਜ ਜੀ ਨੇ ਬੜੇ ਕਠੋਰ ਸ਼ਬਦ ਕਹੇ, ਯੋਗ ਨਹੀਂ। ਉਹਨਾਂ ਮਸੰਦਾਂ ਦੀ ਵੀ ਤਾੜਨਾ ਕੀਤੀ ਜਿਨ੍ਹਾਂ ਨੇ ਮਾਤਾ ਜੀ ਨੂੰ ਇਹ ਬਾਤਾਂ ਕਹੀਆਂ ਸਨ। ਮਾਤਾ ਜੀ ਵਾਸਤੇ ਵੀ ਗੁਰਦੇਵ ਨੇ ਉਸ ਵੇਲੇ ਸੰਕੇਤ ਕੀਤਾ, ਮਾਤਾ ਜੀ ਤੁਸੀਂ ਇਹ ਸਹੀ ਨਹੀਂ ਕੀਤਾ। ਖਾਲਸਾ ਜੀ, ਅਗਰ ਗਲਤੀ ਕੋਈ ਵੀ ਕਰਦਾ ਹੈ, ਉਹ ਕਿਸੇ ਵੀ ਰੁਤਬੇ ਤੇ ਹੋਵੇ, ਕਿਸੇ ਵੀ ਪਦਵੀ ਤੇ ਹੋਵੇ, ਕਿਸੇ ਵੀ ਇੱਥੋਂ ਇਹ ਸੰਕੇਤ ਮਿਲਦਾ ਕਿ ਉਹਦੀ ਤਾੜਨਾ ਗੁਰੂ ਪਾਤਸ਼ਾਹ ਕਰਦੇ ਹਨ। ਖੱਤਰੀ ਗਨ ਕੋ ਹਤੇ ਗੋ ਮਮ ਪੰਥ ਸੁਜੋਰਾ। ਮਹਾਰਾਜ ਜੀ ਕਹਿੰਦੇ ਮਾਤਾ ਇਹ ਮੇਰੇ ਪੰਥ ਦਾ ਜ਼ੋਰ ਹੋਣਾ। ਆ ਜਿਹੜੇ ਛਤਰੀ ਪਹਾੜੀ ਰਾਜੇ ਆਪਣੇ ਆਪ ਨੂੰ ਸਦਾਉਂਦੇ ਆ, ਇਹ ਆਉਣ ਵਾਲੇ ਸਮੇਂ 'ਚ ਮਾਰੇ ਜਾਣੇ ਹਨ। ਲੂਟ ਲਏ ਪੁਰ ਗ੍ਰਾਮ ਕੋ ਵੱਡ ਤਰਾਸੀ ਉਪਾਵੇ। ਇਹ ਸਾਰੇ ਪਿੰਡ ਲੁੱਟ ਲਏ ਜਾਣੇ ਨੇ, ਇਹਨਾਂ ਅੰਦਰ ਤਰਾਸ ਪੈਦਾ ਹੋਵੇਗਾ ਖਾਲਸੇ ਪੰਥ ਦਾ। ਭੋਗेंगे ਸਿੱਖੀ ਆਪਦਾ ਵਿੱਚ ਚਾਰਨ ਜਾਵੇ। ਮੇਰੇ ਸਿੱਖਾਂ ਦੇ ਔਖਾ ਵੇਲਾ ਵੀ ਬੜਾ ਆਉਣਾ ਮਾਤਾ। ਹੁਣ ਇਹ ਖੁਸ਼ੀਆਂ ਦਾ ਵੇਲਾ ਹੈ, ਜਿੰਨਾ ਛਕਦੇ ਆ ਛਕਣ ਦੇ, ਇਹਨਾਂ ਨੇ ਤਾਂ ਭੁੱਖਾਂ ਵੀ ਹੰਡਾਣੀਆਂ ਮਾਤਾ ਆਪਣੇ ਤਨ ਉੱਤੇ। ਉਹ ਵੀ ਸਮਾਂ ਇਹਨਾਂ ਨੇ ਆਪਣੇ ਸਰੀਰ ਦੇ ਉੱਤੇ ਹੰਡਾਉਣਾ ਹੈ। ਤੁਰਕਨ ਤੇ ਤਨ ਖਾਲਰੀ ਤਿੰਨ ਕੀ ਉਤਰਾਓ। ਇਹ ਤੁਰਕਾਂ ਨੇ ਮੇਰੇ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰਨਾ, ਇਹਨਾਂ ਦੀਆਂ ਪੁੱਠੀਆਂ ਖੱਲਾਂ ਲਾਈਆਂ ਜਾਣੀਆਂ। ਭਾਈ ਜੈ ਸਿੰਘ ਖਲਕਟ ਵਰਗੇ ਗੁਰਮੁਖਾਂ ਦੀਆਂ ਮਹਾਰਾਜ ਇਸ਼ਾਰਾ ਕਰ ਰਹੇ ਨੇ। ਵਰਤਾਉ ਐਸੋ ਸਮਾਂ ਸਭ ਕੋ ਦਿਖਰਾਓ। ਇਹੋ ਜਿਹਾ ਵਰਤਾਰਾ ਅੱਗੇ ਵਰਤਣਾ ਮਾਤਾ ਜੀ ਖਾਲਸੇ ਪੰਥ ਦੇ ਵਿੱਚ ਸਭ ਨੇ ਵੇਖਣਾ। ਕਾਤਰ ਕੋ ਸੂਰਾ ਕਰੋ, ਕਾਇਰਾਂ ਨੂੰ ਸੂਰਮਾ ਕਰ ਦੇਣਾ। ਓਏ ਕਾਤਰ ਸੂਰੇ ਤੇ ਸੂਰਮੇ ਕਾਇਰ ਹੋ ਜਾਣਗੇ। ਰਾਜਾਈ ਰਾਜਾਨ ਕੀ, ਆ ਵੱਡੇ ਵੱਡੇ ਰਾਜਿਆਂ ਦਾ ਜਿਹੜਾ ਰਾਜਾ ਪੁਣਾ ਹੈ, ਕਰੋ ਸਭ ਦੂਰੇ। ਦੂਰ ਕਰਕੇ ਮੈਂ ਆਪਣੇ ਖਾਲਸੇ ਨੂੰ ਰਾਜਾ ਬਣਾਉਣਾ। ਹੋਵੇ ਪ੍ਰਿਸ਼ਟਾ ਧਰਮ ਤੇ ਸਭ ਲਾਜ ਵਿਸਾਰੀ। ਫਿਰ ਕਹਿੰਦੇ ਇਹ ਜਿਹੜੇ ਵੱਡੇ ਵੱਡੇ ਰਾਜੇ ਨੇ, ਇਹ ਧਰਮ ਤੋਂ ਭ੍ਰਸ਼ਟ ਹੋ ਕੇ ਆਪਣੀ ਲਾਜ ਗਵਾਉਂਦੇ ਹਨ। ਸਦਨ ਸਦਨ ਇਸ ਭਾਂਤ ਕੋ ਹੋਏ ਪਰੇ ਤਮਾਸ਼ਾ। ਇਦਾਂ ਦਾ ਤਮਾਸ਼ਾ ਆਉਣ ਵਾਲੇ ਸਮੇਂ ਵਿੱਚ ਵੀ ਹੋਣਾ। ਹਮ ਪੀਛੇ ਸੰਮਤ ਬੀਤੇ 10 ਘਾਟ 50। ਮਹਾਰਾਜ ਜੀ ਕਹਿੰਦੇ ਸਾਡੇ ਸਰੀਰ ਤਜਣ ਤੋਂ 40 ਸਾਲ ਬਾਅਦ ਇਦਾਂ ਦਾ ਵਰਤਾਰਾ ਖਾਲਸੇ ਪੰਥ ਤੇ ਆਉਣਾ। ਕਿਮ ਕ੍ਰੁੱਧਿਤ ਗੁਰ ਕੇ ਬਚਨ ਸੁਨ ਬੇਹਤ ਆਏ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਬਚਨ ਕਰ ਰਹੇ, ਸਾਰੇ ਸਿੰਘ ਸੁਣ ਰਹੇ, ਮਾਤਾ ਜੀ ਵੀ ਜਦੋਂ ਸੁਣਿਆ ਵੀ ਖਾਲਸੇ ਤੇ ਇਦਾਂ ਦਾ ਸਮਾਂ ਵੀ ਆਉਣਾ, ਇੱਕਦਮ ਡਰੇ ਵੀ, ਭੈ ਭੀਤ ਵੀ ਹੋਏ। ਮਾਤ ਸੰਗ ਸਿੱਖ ਅਪਰਜੇ ਡਰ ਪੇ ਸਮੁਦਾਏ। ਸਾਰੇ ਸਿੱਖ ਭੈ ਭੀਤ ਨੇ ਕਲਗੀਧਰ ਪਾਤਸ਼ਾਹ ਜੀ ਦੇ ਸਰੋਸ ਤੋਂ। ਵਾਹਿਗੁਰੂ ਗੁਰ ਵਾਹਿਗੁਰੂ ਕਹਿ ਬਾਰੰਗ ਬਾਰਾ। ਕਹਿੰਦੇ ਵਾਹਿਗੁਰੂ 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 ਏਦਾਂ ਰਸਨਾ ਤੋਂ ਉਚਾਰਦੇ ਹਨ। ਸ਼੍ਰੀ ਗੁਜਰੀ ਕਲਪੀ ਬਹੁਤ ਲੋਚਨ ਜਲ ਡਾਰਾ। ਮਾਤਾ ਜੀ ਨੂੰ ਪਛਤਾਵਾ ਹੋਇਆ ਕਿ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਕਲਗੀਧਰ ਜੀ ਦੀ ਆਗਿਆ ਲੈ ਕੇ ਕੰਮ ਕਰਦੀ ਤਾਂ ਯੋਗ ਸੀ। ਅਬਲ ਕਰਨਾ ਹੀ ਨਹੀਂ ਸੀ ਚਾਹੀਦਾ। ਗੁਰੂ ਕੇ ਖਜ਼ਾਨੇ ਬੇਅੰਤ ਨੇ, ਇੱਥੇ ਕਿਹੜਾ ਕੋਈ ਤੋਟਾ ਹੋਣਾ ਹੈ। ਬਖਸ਼ੋ ਬਖਸ਼ੋ ਕਿਰਪਾ ਕਰ
ਭੂਲਤ ਸਭ ਜੀਵੰ। ਮਾਤਾ ਜੀ ਨੇ ਵੀ ਆਖਿਆ ਮਹਾਰਾਜ ਬਖਸ਼ੋ ਆਪ ਜੇ ਅਸੀਂ ਸਾਰੇ ਜੀਵ ਭੁੱਲਣ ਅੰਦਰ ਹਾਂ। ਕਹਾਂ ਕਰੋ ਨਿਜ ਨਿਕਟਈ ਕਲ ਅਧਿਕ ਨ ਥੀਵੰ। ਕਹਿੰਦੇ ਇਦਾਂ ਦਾ ਇਹ ਸਮਾਂ ਆਉਣ ਵਾਲੇ ਸਮੇਂ ਜੋ ਵਰਤਦਾ ਤੁਸੀਂ ਦੱਸਦੇ ਹੋ ਇਹ ਬੜਾ ਭਿਆਨਕ ਹੋਵੇਗਾ। ਹੱਥ ਜੋਰ ਸਭ ਸਿੱਖ ਰਹੇ ਪ੍ਰਭ ਕਹਿਰ ਗੁਜ਼ਾਰਾ। ਹੱਥ ਜੋੜ ਕੇ ਸਾਰੇ ਸਿੱਖਾਂ ਬੇਨਤੀ ਕੀਤੀ ਮਹਾਰਾਜ ਬੜਾ ਔਖਾ ਸਮਾਂ ਸਿੰਘਾਂ ਤੇ ਆਉਣਾ ਆਪ ਜੀ ਨੇ ਦੱਸਿਆ। ਤੁਮਈ ਕੋ ਪੁਨ ਲਾਜੈ ਮਹਾਰਾਜ ਇਹ ਤੁਹਾਡੇ ਨੇ ਇਹਨਾਂ ਦੀ ਲਾਜ ਵੀ ਤੁਹਾਨੂੰ ਹੈ। ਕਿਮ ਬਚਨੀ ਉਚਾਰਾ ਇਹ ਵਚਨ ਆਪ ਜੀ ਨੇ ਉਚਾਰੇ ਹਨ। ਸਿੱਖਨ ਜੁਤ ਕੰਪਤ ਜਨਨ ਬੋ ਬਿਨੇ ਬਖਾਨੀ। ਸਾਰੇ ਸਿੱਖ ਭੈ ਭੀਤ ਹੋ ਕੇ ਮਾਤਾ ਜੀ ਸਮੇਤ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ। ਇੱਕ ਦੀਨਤਾ ਸਭਨ ਦਿਸ਼ ਬੋਲੇ ਪੁਨ ਬਾਨੀ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਬੋਲੇ ਇਹ ਜਨਨੀ ਤੋ ਕਲਪਤੇ ਕੁਛ ਸਮਾਂ ਗੁਜ਼ਾਰੇ। ਮਹਾਰਾਜ ਜੀ ਆਖਿਆ ਮਾਤਾ ਜੀ ਆਪ ਜੀ ਦਾ ਜੀਵਨ ਵੀ ਆਉਣ ਵਾਲੇ ਸਮੇਂ 'ਚ ਬੜਾ ਕਠਿਨਾਈ 'ਚ ਲੰਘਣਾ ਹੈ। ਸੋ 40 ਬੀਤੇ ਬਰਖ ਤਨ ਤਜਨੇ ਅਮਾਰੇ। ਇਦਾਂ ਸਾਡਾ ਸਰੀਰ ਤਿਆਗਣ ਤੋਂ ਬਾਅਦ ਖਾਲਸੇ ਦਾ ਜੰਗਾਂ ਯੁੱਧਾਂ ਦਾ ਵੇਲਾ ਸ਼ੁਰੂ ਹੋਣਾ ਔਖਾ ਵੇਲਾ ਆਉਣਾ। ਇਤਨੇ ਦਿਓ ਹਟਾਏ ਅਬ ਤਬ ਹੋਏ ਤਮਾਸ਼ਾ। ਮਹਾਰਾਜ ਜੀ ਕਹਿੰਦੇ ਇਦਾਂ ਦਾ ਵਰਤਾਰਾ ਅੱਗੇ ਵਰਤਣਾ ਹੈ। ਬਖਸ਼ਾਵਤ ਸਿੱਖ ਮਾਤ ਪੁਨ ਅਸਵਾਕ ਪ੍ਰਕਾਸ਼ਾ। ਆਖਿਆ ਮਹਾਰਾਜ ਜਦੋਂ ਆਪ ਜੀ ਦੇ ਪੰਥ ਤੇ ਐਸਾ ਸਮਾਂ ਆਵੇ ਆਪ ਜੀ ਨੇ ਕਿਰਪਾ ਰੱਖਣੀ ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋਣਾ। ਆਪਣੇ ਪੰਥ ਦੇ ਅੰਗ ਸੰਗ ਸਹਾਈ ਹੋ ਕੇ ਵਰਤਣਾ। ਸਤਿਗੁਰੂ ਜੀ ਮਹਾਰਾਜ ਜੀ ਨੇ ਉਸ ਵੇਲੇ ਕਿਰਪਾ ਦੇ ਘਰ ਵਿੱਚ ਆ ਕੇ ਛੰਦ ਖੁਸ਼ੀ ਕਰਤ ਬੋਲੇ ਰਹੇ ਪ੍ਰਭੂ ਓਲੇ। ਮਹਾਰਾਜ ਜੀ ਖੁਸ਼ੀ ਕਰਕੇ ਬੋਲੇ ਕਹਿੰਦੇ ਜੇ ਖਾਲਸੇ ਤੇ ਔਖਾ ਵੇਲਾ ਆਵੇਗਾ ਤਾਂ ਮੇਰੇ ਖਾਲਸੇ ਨੂੰ ਮੇਰਾ ਆਸਰਾ ਹੋਵੇਗਾ ਪ੍ਰਭੂ ਦਾ ਆਸਰਾ ਹੋਵੇਗਾ। ਲੰਗਰ ਚਲਾਓਗੇ ਨਹੀਂ ਸਰਾਪ ਆਓਗੇ। ਆਖਿਆ ਲੰਗਰ ਚੱਲਦੇ ਰਹਿਣ ਤਾਂ ਕਦੇ ਕਿਸੇ ਪ੍ਰਕਾਰ ਦਾ ਸਰਾਪ ਨਹੀਂ ਆਵੇਗਾ। ਜਬੇ ਲੰਗਰ ਅਟਕਾ ਤਬੇ ਸਰਾਪ ਸਟਕਾ। ਲੰਗਰ ਅਟਕਿਆ ਤਾਂ ਅਸੀਂ ਰੋਸ ਵਿੱਚ ਇਹ ਬਚਨ ਕਹੇ ਹਨ। ਪੁਨੰਗ ਮੋਜ ਧਰ ਕੈ ਤੇਰੇ ਰੂਪ ਹਰ ਕੈ। ਮਹਾਰਾਜ ਜੀ ਨੇ ਮੌਜ ਕੀਤੀ ਆਪਣੇ ਪੰਥ ਤੇ ਸਿੱਖਾਂ ਦੇ ਔਰ ਆਨੰਦ ਵਿੱਚ ਮਹਾਰਾਜ ਜੀ ਟਿਕੇ ਨੇ। ਸਿੰਘਾਂ ਪੁੱਛਿਆ ਮਹਾਰਾਜ ਸ਼ਹੀਦਾਂ ਦੀ ਕੀ ਮਹੱਤਤਾ ਗੁਰੂ ਘਰ ਵਿੱਚ, ਸ਼ਹੀਦ ਵਿੱਚ ਕਿੰਨੀ ਕੁ ਤਾਕਤ ਹੈ, ਸ਼ਹੀਦ ਕਿਹੋ ਜੀ ਕਲਾ ਦੇ ਮਾਲਕ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਹੀਦਾਂ ਦੀ ਸੋਭਾ ਵਰਣਨ ਕਰਕੇ ਪੰਥ ਨੂੰ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਹੈ ਪੂਰਨ ਹੈ ਸਰਬ ਮੈ हे संगी है निरंकार हे गोविंद हे गुण निधान हे अपरंपर हर हरे हे संत कह सदा संग हे ठाकुर हूँ दासरो नानक दीजा नाम दान आए प्रभ शरणागति किरपा निध दयाल एक अखर हर मन बस्त नानक होत निहाल वाहिगुरु नाम जहाज है चढ़े सो तेरे पार जो शरदा कर सेवंदे गुर पारे उतार
ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।